ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਸਾਖ ਦਾ ਮਹੀਨਾ ਆਰੰਭ ਹੋਇਆ। ਮੈਂ 1 ਮਿੰਟ ਉਹ ਵੀ ਇਸ਼ਾਰਾ ਕਰਦੇ ਹਾਂ। ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ, ਵੈਸਾਖ ਧੀਰਨ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਬਛੋ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਪ੍ਰੇਮ ਦੀ ਛੋਹ ਹੀ ਨਹੀਂ ਆ, ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਦਾ ਪਿਆਰ ਪੈਦਾ ਨਹੀਂ ਹੋਇਆ, ਪ੍ਰੀਤ ਉਤਪਨ ਹੀ ਨਹੀਂ ਹੋਈ, ਜੋ ਵਾਹਿਗੁਰੂ ਤੋਂ ਵਿਛੜੀਆਂ ਹੋਈਆਂ ਰੂਹਾਂ ਨੇ, ਉਹਨਾਂ ਨੂੰ ਧੀਰਜ ਕਿੱਥੇ ਆ, ਟਿਕਾ ਕਿੱਥੇ ਆ, ਉਹਨਾਂ ਦੇ ਮਨ ਨੂੰ ਸ਼ਾਂਤੀ ਕਿੱਥੇ ਆ। ਵੈਸਾਖ ਧੀਰਨ ਕਿਉਂ ਵਾਢੀਆਂ, ਵਾਢੀਆਂ ਦੇ ਅਰਥ ਨੇ ਕਿ ਵਿਛੜੀਆਂ ਹੋਈਆਂ, ਪਰਮਾਤਮਾ ਦੇ ਚਰਨਾਂ ਤੋਂ ਟੁੱਟੀਆਂ ਹੋਈਆਂ ਜੋ ਜੀਵ ਇਸਤਰੀਆਂ ਨੇ, ਜੋ ਰੂਹਾਂ ਆਪਾਂ ਕਹਿ ਲਈਏ, ਜੋ ਜਿੰਦਾ ਆ। ਵੈਸਾਖ ਧੀਰਨ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਵਿਛੋ, ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ। ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਵਿਸਾਰ ਦਿੱਤਾ, ਜਿਹੜੇ ਤੇ ਵਿਛੜੇ ਰਹੇ, ਉਹ ਦੁਖੀ ਆ, ਉਹ ਖੁਆਰ ਆ, ਉਹਨਾਂ ਦੇ ਮਨ ਨੂੰ ਚੈਨ ਨਹੀਂ। ਪਰ ਅਖੀਰ ਵਿੱਚ ਮੇਰੇ ਸਾਹਿਬ ਨੇ ਇਹ ਵੀ ਕਿਹਾ ਕਿ ਵਿਸਾਖ ਸੁਹੰਦਾ ਤਿਸ ਲੱਗੈ ਸਛੰਤ ਪੇਟੈ ਹਰ ਸੋਏ। ਜਿਨ੍ਹਾਂ ਨੂੰ ਗੁਰੂ ਮਿਲਿਆ, ਜਿਨ੍ਹਾਂ ਨੂੰ ਪਰਮਾਤਮਾ ਮਿਲ ਜਾਂਦਾ ਹੈ, ਉਹਨਾਂ ਦੇ ਲਈ ਵਿਸਾਖ ਦਾ ਮਹੀਨਾ ਬੜਾ ਸੁਹਾਵਣਾ ਆ। ਬਾਬਾ ਨਾਨਕ ਜੀ ਕਹਿੰਦੇ ਨੇ, ਵਿਸਾਖ ਭਲਾ ਸਾਖਾ ਵੇਸ ਕਰੇ। ਕਹਿਣ ਲੱਗੇ ਵਿਸਾਖ ਦਾ ਮਹੀਨਾ ਬੜਾ ਚੰਗਾ ਆ, ਬੜਾ ਭਲਾ ਆ, ਸਾਖਾ ਵੇਸ ਕਰੇ। ਮੈਂ ਇੱਕ ਬੇਨਤੀ ਹੋਰ ਕਰਾਂ, ਆਮ ਤੌਰ 'ਤੇ ਅਸੀਂ ਬੱਬੇ ਨਾਲ ਵਿਸਾਖੀ ਕਹਿੰਦੇ ਆ, ਵਿਸਾਖੀ ਜਾਂ ਬੈਸਾਖੀ, ਪਰ ਗੁਰੂ ਸਾਹਿਬ ਨੇ ਵੂਵੇ ਨਾਲ ਸ਼ਬਦ ਵਰਤਿਆ ਕਿ ਵੈਸਾਖ ਤੀਰਨ ਕਿਉਂ ਵਾਢੀਆਂ। ਵੈਸਾਖ ਭਲਾ ਸਾਖਾ ਵੇਸ਼ ਕਰੇ। ਵੈਸਾਖ ਦਾ ਮਹੀਨਾ ਬੜਾ ਭਲਾ ਆ। ਸਾਖਾ, ਸ਼ਾਖਾ ਦੇ ਅਰਥ ਨੇ ਕਿ ਰੁੱਖਾਂ ਦੀਆਂ ਟਾਹਣੀਆਂ, ਰੁੱਖਾਂ ਦੀਆਂ ਡਾਹਲੀਆਂ, ਕਿਉਂਕਿ ਪੱਤਝੜ ਤੋਂ ਬਾਅਦ ਜਦੋਂ ਆ ਬਸੰਤ ਰੁੱਤ ਆਉਂਦੀ ਆ, ਪੁੰਗਰ ਦੇ ਦਿਨ ਆਉਂਦੇ ਆ, ਵਿਸਾਖ ਦਾ ਮਹੀਨਾ ਆਉਂਦਾ ਤੇ ਰੁੱਖਾਂ ਦੀਆਂ ਟਾਹਣੀਆਂ ਤੇ ਨਵੇਂ ਪੱਤੇ ਨਿਕਲਦੇ ਆ, ਹਰੀਆਂ ਹਰੀਆਂ ਕੁਰੰਬਲਾਂ ਫੁੱਟਦੀਆਂ ਆ, ਪੱਤੇ ਨਿਕਲਦੇ ਆ, ਪਰ ਸ਼ਾਖਾਵਾਂ ਨਿਕਲਦੀਆਂ ਨੇ। ਸਾਖਾ ਵੇਸ਼ ਕਰੇ, ਡਾਹਲੀਆਂ ਟਾਹਣੀਆਂ ਇਹ ਸੋਹਣਾ ਹਰਾ ਹਰਾ ਵੇਸ ਕਰ ਲੈਂਦੀਆਂ ਵਾ। ਤੇ ਜੇ ਵੇਸ ਨਾ ਹੋਵੇ, ਇੱਕ ਬੇਨਤੀ ਕਰਾਂ, ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ। ਆ ਜਿਹੜਾ ਖਾਲਸਾ ਸਾਜਿਆ ਤੇ ਸਾਨੂੰ ਜੋ ਗੁਰੂ ਸਾਹਿਬ ਨੇ ਸਰੂਪ ਦਿੱਤਾ ਆ, ਇਹ ਕਮਾਲ ਦਾ ਵੇਸ ਆ ਜੀ। ਹੁਣ ਇੱਕ ਸੱਜਣ ਬੜੀ ਸੋਹਣੀ ਗੱਲ ਕਹਿੰਦਾ, ਉਹ ਕਹਿੰਦਾ ਤੁਸੀਂ ਬਾਗ ਵਿੱਚ ਜਾਓ ਨਾ, ਪੱਤਝੜ ਦੇ ਦਿਨਾਂ ਦੇ ਵਿੱਚ ਸਾਰੇ ਰੁੱਖਾਂ ਦੇ ਪੱਤੇ ਬਿਲਕੁਲ ਝੜੇ ਪਏ ਆ, ਕੋਈ ਪੱਤਾ ਨਹੀਂ, ਕੋਈ ਫਲ ਨਹੀਂ, ਕੋਈ ਫੁੱਲ ਨਹੀਂ, ਤੇ ਰੁੱਖਾਂ ਦਾ ਪਤਾ ਨਹੀਂ ਚੱਲਦਾ ਵੀ ਇਹ ਅਮਰੂਦ ਦਾ ਬੂਟਾ ਆ, ਤੂਤ ਦਾ ਬੂਟਾ ਆ, ਇਹ ਅਨਾਰ ਦਾ ਬੂਟਾ ਨਹੀਂ ਪਤਾ ਚੱਲਦਾ। ਉਹ ਕਿੱਥੋਂ ਪਤਾ ਲੱਗਦਾ ਜੀ? ਪੱਤਿਆਂ ਤੋਂ ਪਤਾ ਲੱਗਦਾ, ਸ਼ਾਖਾ ਤੋਂ ਪਤਾ ਲੱਗਦਾ। ਸਤਿਗੁਰ ਨੇ ਕੈਸਾ ਸਰੂਪ ਦਿੱਤਾ ਜੀ। ਜੇ ਸਾਡੇ ਕੋਲ ਆ ਸਰੂਪ ਨਾ ਹੁੰਦਾ, ਸਾਡੇ ਕੋਲ ਕੇਸ ਨਹੀਂ ਆ, ਜੇ ਕੇਸ ਨਹੀਂ ਸਾਡੇ ਕੋਲ, ਇਹ ਬਾਣਾ ਨਹੀਂ ਆ, ਇਹ ਸਰੂਪ ਨਹੀਂ ਆ, ਤੇ ਪਿਆਰੇ ਪਰ ਨਹੀਂ ਪਤਾ ਚੱਲਦਾ ਕਿ ਹਿੰਦੂ ਵੀਰ ਆ, ਮੁਸਲਮਾਨ ਵੀਰ ਆ, ਈਸਾਈ ਵੀਰ ਹੈ, ਜੈਨੀ ਵੀਰ ਆ, ਬੋਧੀ ਵੀਰ ਆ, ਨਹੀਂ ਪਤਾ ਚੱਲਦਾ। ਪਰ ਜਦੋਂ ਸਿਰ ਤੇ ਦਸਤਾਰ ਹੋਵੇ, ਬਾਣਾ ਹੋਵੇ, ਤੇ ਦੂਰੋਂ ਪਤਾ ਚੱਲਦਾ ਇਹ ਗੁਰੂ ਕਾ ਖਾਲਸਾ ਆ, ਇਹ ਬਾਬੇ ਨਾਨਕ ਦਾ ਸਿੱਖ ਆ, ਇਹ ਸਰਦਾਰ। ਵੇਸ਼ ਤੋਂ ਪਤਾ ਚੱਲਿਆ ਨਾ ਜੀ, ਬਾਹਰੀ ਵੇਸ਼ ਤੋਂ। ਮੇਰੇ ਕਹਿਣ ਤੋਂ ਮੁਰਾਦ ਹੈ ਅੰਦਰ ਬਾਣੀ ਵੀ ਚਾਹੀਦੀ ਹੈ, ਬਾਹਰ ਬਾਣਾ ਵੀ ਚਾਹੀਦਾ ਆ। ਇਹ ਦੋਨੋਂ ਚੀਜ਼ਾਂ ਸਤਿਗੁਰ ਨੇ ਕੈਸਾ ਸੋਹਣਾ ਵੇਸ਼ ਦਿੱਤਾ ਜੀ। ਵੇਸ਼ ਤੋਂ, ਲਿਬਾਸ ਤੋਂ, ਰੁੱਖਾਂ ਦੀਆਂ ਟਾਹਣੀਆਂ ਦੇ ਪੱਤਿਆਂ ਤੋਂ ਪਤਾ ਚੱਲ ਜਾਂਦਾ, ਤੇ ਫਲ ਤੋਂ ਪਤਾ ਲੱਗਦਾ ਫਿਰ ਉਹ ਕਿਹੜਾ ਆ। ਜੇ ਇਹ ਨਾ ਹੋਣ ਤੇ ਸਾਰੇ ਇੱਕੋ ਜਿਹੇ ਲੱਗਦੇ ਆ। ਤੇ ਜੇ ਸਿੱਖਾ ਤੇਰੇ ਕੋਲ ਵੀ ਕੇਸ ਨਾ ਹੋਣ, ਤੇਰਾ ਲਿਬਾਸ ਨਾ ਹੋਵੇ, ਤੂੰ ਬਾਕੀਆਂ ਵਰਗਾ ਹੀ ਲੱਗੇਗਾ, ਨਜ਼ਰ ਨਹੀਂ ਆਏਗਾ। ਇਹ ਦਸਤਾਰ ਵੇਖ ਕੇ ਕਹਿੰਦੇ ਗੁਰੂ ਨਾਨਕ ਦਾ ਸਿੱਖ ਹੈ, ਉਹ ਸਰਦਾਰ ਸਾਹਿਬ ਆ। ਵੈਸਾਖ ਭਲਾ ਸਾਖਾ ਵੇਸ ਕਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਕਿਰਪਾ ਕੀਤੀ 1699 ਦੀ ਵਿਸਾਖੀ ਨੂੰ ਜੀ ਇਹ ਖਾਲਸਾ ਸਾਜਿਆ ਮੇਰੇ ਸਾਹਿਬ ਨੇ। ਜਿਸ ਮੰਤਵ ਲਈ ਗੁਰੂ ਮਹਾਰਾਜ ਜੀ ਕਹਿੰਦੇ ਇਹਨਾਂ ਨੇ ਕਿ ਮੈਂ ਆਇਆ ਸਾਂ, ਕਿ ਪਰਮਾਤਮਾ ਨੇ ਭੇਜਿਆ ਸੀ ਕਿ ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚੁਰ ਕਰਵੇ ਕੋ ਸਾਜਾ। ਉਹ ਪੰਥ ਸਾਜਣ ਲਈ ਆਏ ਸਤਿਗੁਰੂ ਜੀ ਨੇ 1699 ਦੀ ਵਿਸਾਖੀ ਨੂੰ। ਪਰ ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਵਾਂ ਕਿ ਇਹ ਜਿਹੜਾ ਵਿਸਾਖ ਦਾ ਜੋੜ ਮੇਲਿਆ, ਇਹ ਜਿਹੜਾ ਪੁਰਬ ਆ ਨਾ, ਇਹ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਵੇਲੇ ਤੋਂ ਹੀ ਇਹ ਗੁਰੂ ਘਰ ਵਿੱਚ ਮਨਾਉਣਾ ਸ਼ੁਰੂ ਹੋ ਗਿਆ ਸੀ। ਸੰਗਤਾਂ ਇਕੱਤਰ ਹੋਣ ਲੱਗ ਪਈਆਂ ਸਨ,
ਤੇ ਵੈਸੇ ਬੇਨਤੀ ਕਰਾਂ ਕਿ ਇਹ ਜਿਹੜਾ ਵਿਸਾਖ ਦਾ ਇਤਿਹਾਸ ਕੱਲਾ 1699 ਨਹੀਂ ਆ, ਵਿਸਾਖੀ ਵਾਲੇ ਦਿਨ ਬੜੀਆਂ ਇਤਿਹਾਸਕ ਘਟਨਾਵਾਂ ਹੋਈਆਂ। ਸਿੱਖ ਕੌਮ ਨਾਲ, ਸਿੱਖ ਇਤਿਹਾਸ ਨਾਲ ਇਹਦਾ ਬੜਾ ਡੂੰਘਾ ਸੰਬੰਧ ਆ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਜਿਸ ਵੇਲੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਾਬੇ ਪੇਖ ਬਣਾਇਆ, ਉਹ ਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਤਰਤੁਲਕਾਈ। ਜਿਸ ਵੇਲੇ ਮੇਰੇ ਬਾਬਾ ਨਾਨਕ ਜੀ ਸੰਸਾਰ ਦੇ ਭਲੇ ਜੀ ਜਗਤ ਨੂੰ ਸੋਧਣ ਚੜ੍ਹਦੇ ਆ, ਤੇ ਕਹਿੰਦੇ ਵਿਸਾਖ ਦਾ ਮਹੀਨਾ ਵਿਸਾਖੀ ਵਾਲਾ ਦਿਨ ਸੀ। ਔਰ ਜਿਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਹਰਿਦੁਆਰ ਜਾਂਦੇ ਆ, ਲੋਕ ਚੜ੍ਹਦੇ ਨੂੰ ਪਾਣੀ ਝੱਟਦੇ ਆ, ਮੇਰਾ ਬਾਬਾ ਲਹਿੰਦੇ ਨੂੰ ਪਾਣੀ ਝੱਟਦਾ ਆ, ਤੇ ਸਤਿਗੁਰ ਨੇ ਉਹਨਾਂ ਦੇ ਅੰਦਰ ਦਾ ਭਰਮ ਦੂਰ ਕੀਤਾ, ਵਹਿਮ ਦੂਰ ਕੀਤਾ। ਸਾਹਿਬ ਨੇ ਕਿਹਾ ਕਿ ਪੇਖੀ ਪ੍ਰਭੂ ਨਾ ਪਾਈਐ। ਸਤਿਗੁਰ ਨੇ ਜਦੋਂ ਆਹ ਹੋਕਾ ਦਿੱਤਾ ਨਾ, ਉੱਥੇ ਜਾ ਕੇ ਇਹ ਵੀ ਕਹਿੰਦੇ ਵਿਸਾਖੀ ਵਾਲਾ ਹੀ ਦਿਨ ਸੀ। ਉਸ ਤੋਂ ਬਾਅਦ ਧੰਨ ਗੁਰ ਅਮਰਦਾਸ ਮਹਾਰਾਜ, ਸਤਿਗੁਰੂ ਜੀ ਨੇ ਗੋਂਦਵਾਲ ਸਾਹਿਬ ਬੋਲੀ ਤਿਆਰ ਕੀਤੀ। ਉੱਥੇ ਜਿਹੜੀ ਜਲ ਦੀ ਸੁੱਚ ਪੇਟਾ ਨੇ ਜ਼ਿਆਦਾ ਮੰਨੀ ਜਾਂਦੀ ਆ। ਗੁਰ ਅਮਰਦਾਸ ਮਹਾਰਾਜ ਜੀ ਨੇ ਉੱਥੇ ਬੋਲੀ ਤਿਆਰ ਕੀਤੀ, ਤੇ ਜਿਸ ਦਿਨ ਬੋਲੀ ਦਾ ਕੜ ਟੁੱਟਦਾ ਆ, ਜਿਸ ਦਿਨ ਉਹ ਬੋਲੀ ਦਾ ਪਾਣੀ ਪ੍ਰਗਟ ਹੁੰਦਾ ਆ, ਉਹੀ ਵਿਸਾਖੀ ਵਾਲਾ ਦਿਨ ਸੀ ਜੀ। ਵਿਸਾਖੀ ਵਾਲੇ ਦਿਨ ਆ ਦੁੱਖ ਭੰਜਨੀ ਬੇਰੀ, ਜਿੱਥੇ ਰਜਨੀ ਦਾ ਪਤੀ ਪਿੰਗਲਾ ਰਾਜ਼ੀ ਹੁੰਦਾ ਆ, ਉਹ ਵੀ ਜਿਹੜਾ ਪ੍ਰਗਟ ਹੁੰਦੀ ਆ, ਤੇ ਵਿਸਾਖੀ ਵਾਲੇ ਦਿਨ, ਉਹ ਵਿਸਾਖੀ ਵਾਲਾ ਦਿਨ ਆ ਜੀ। ਉਹ ਵੀ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਦੋਂ ਦਿੱਲੀ ਪੁੱਛਿਆ ਸਿੱਖਾਂ ਨੇ, ਮਹਾਰਾਜ ਕਿ ਤੁਹਾਡੇ ਤੋਂ ਬਾਅਦ ਗੁਰੂ ਕੌਣ ਹੋਵੇਗਾ, ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਨੇ ਬਾਬਾ ਬਸੈ ਜੇ ਗ੍ਰਾਮ ਬਕਾਲੇ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਜਦੋਂ ਆਹ ਕਿਰਪਾ ਕੀਤੀ ਆ, ਵਿਸਾਖੀ ਵਾਲਾ ਦਿਨ ਸੀ। ਵਿਸਾਖ ਭਲਾ ਸਾਖਾ ਵੇਸ ਕਰੇ, ਵਿਸਾਖੀ ਵਾਲਾ ਦਿਨ ਪਿਆਰ। ਇਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਲੋ 1699 ਨੂੰ ਇਹ ਤਾਂ ਖਾਲਸੇ ਦੀ ਸਾਜਨਾ ਕੀਤੀ। ਇਸ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ ਉਹ ਲਿਖਦੇ ਆ, ਉਹ ਕਹਿੰਦੇ ਨੇ ਕਿ 1706 ਦੀ ਵਿਸਾਖੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ, ਉੱਥੇ ਫਿਰ ਸਾਰਾ ਪੰਥ ਇਕੱਠਾ ਹੋਇਆ, ਸੰਗਤਾਂ ਇਕੱਠੀਆਂ ਹੋਈਆਂ, ਤੇ ਗੁਰੂ ਸਾਹਿਬ ਨੇ ਫਿਰ ਉੱਥੇ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਤੇ ਕਈ ਹਜ਼ਾਰ ਸੰਗਤਾਂ ਨੇ ਉੱਥੇ ਅੰਮ੍ਰਿਤਪਾਨ ਕੀਤਾ ਵਿਸਾਖੀ ਵਾਲੇ ਦਿਨ। ਹਾਲਾਂਕਿ ਇੱਥੇ ਮੈਂ ਇੱਕ ਹੋਰ ਅਰਜ਼ ਕਰਾਂ ਕਿ ਇਹ ਗੁਰੂ ਦੀ ਪੌਲ ਲੈਣੀ ਕਿੰਨੀ ਕੁ ਜ਼ਰੂਰੀ ਆ। ਜ਼ਰੂਰੀ ਆ ਸਾਡੇ ਲਈ। ਇੱਥੇ ਦਮਦਮਾ ਸਾਹਿਬ ਹੀ ਪਿਆਰੇ ਭਾਈ ਡੱਲਾ, ਉਹਨੇ ਨਾ ਸਤਿਗੁਰੂ ਜੀ ਦੇ ਸੇਵਾ ਮੰਗੀ ਕਿ ਗੁਰੂ ਮਹਾਰਾਜ ਆਰਾਮ ਕਰਦੇ ਆ, ਤੇ ਸਿੰਘਾਂ ਨੂੰ ਕਹਿੰਦੇ ਨੇ ਸਿੰਘੋ ਤੁਸੀਂ ਵੀ ਆਰਾਮ ਕਰੋ, ਪੈਰੇ ਤੇਰੇ ਨੇ ਪਹਿਰਾ ਮੈਂ ਦਿਆਂਗਾ, ਇਹ ਸੇਵਾ ਮੈਂ ਨਿਭਾਵਾਂਗਾ। ਐ ਸ਼ਸਤਰ ਧਾਰੀ ਹੋ ਕੇ ਨਾ ਡੱਲਾ, ਇਹਨੇ ਦਮਦਮਾ ਸਾਹਿਬ ਉਹ ਸੇਵਾ ਕੀਤੀ, ਸਾਰੀ ਰਾਤ ਜਾਗਦਾ ਰਿਹਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਜੀ ਘੰਟੇ ਕੁ ਬਾਅਦ ਆਵਾਜ਼ ਮਾਰਦੇ ਕਿ ਪਹਿਰੇ ਤੇ ਕੌਣ? ਡੱਲਾ ਕਹਿੰਦਾ ਜੀ ਮੈਂ। 5 ਵਾਰ ਸਤਿਗੁਰਾਂ ਨੇ ਆਵਾਜ਼ ਮਾਰੀ, ਇਹ ਸਮਾਂ ਪਾ ਪਾ ਕੇ। ਫਿਰ ਘੰਟੇ ਕੁ ਬਾਅਦ ਕਿ ਪਹਿਰੇ ਤੇ ਕੌਣ? ਡੱਲਾ ਕਹਿੰਦਾ ਜੀ ਮੈਂ। ਗੁਰੂ ਸਾਹਿਬ ਜਾਣਦੇ ਸਭ ਕੁਝ ਨੇ। ਗੁਰੂ ਸਾਹਿਬ ਇੰਨੇ ਖੁਸ਼ ਹੋਏ ਕਿ ਡੱਲਿਆ ਤੂੰ ਇੰਨੀ ਸੇਵਾ ਕੀਤੀ, ਇੰਨੀ ਸੁਚੇਤ ਹੋ ਕੇ ਸਾਵਧਾਨ ਹੋ ਕੇ ਸਾਰੀ ਰਾਤ ਜਾ ਕੇ ਤੂੰ ਪਹਿਰਾ ਦਿੱਤਾ, ਮਹਾਰਾਜ ਤੇਰੇ ਤੇ ਬੜੇ ਖੁਸ਼ ਹੋਇਆ, ਦੱਸ ਕੀ ਚਾਹੀਦਾ ਹੀ? ਡੱਲਾ ਕਹਿੰਦਾ ਮਹਾਰਾਜ ਕੁਛ ਨਹੀਂ ਚਾਹੀਦਾ, ਬਸ ਨਾ ਆਪਣੇ ਚਰਨਾਂ 'ਚ ਨਾ ਮੈਨੂੰ ਪੀੜੀ ਜਿੰਨੀ ਥਾਂ ਦੇ ਦਿਓ। ਗੁਰੂ ਸਾਹਿਬ ਕਹਿੰਦੇ ਡੱਲਿਆ ਤੂੰ ਤਨ ਕਰਕੇ ਸੇਵਾ ਕੀਤੀ ਆ, ਪਦਾਰਥ ਜਿੰਨੇ ਮਰਜ਼ੀ ਲੈ ਲਾ, ਪਰ ਜੇ ਚਰਨਾਂ ਸੇਵਾ ਚਾਹੀਦੀ ਆ ਨਾ ਤੇ ਫਿਰ ਐਂ ਕਰ ਖੰਡੇ ਬਾਟੇ ਦੀ ਪੌਲ ਲੈ ਲਾ, ਅੰਮ੍ਰਿਤ ਛਕ ਲਾ, ਤੈਨੂੰ ਗੁਰੂ ਨਾਨਕ ਦੇ ਘਰ 'ਚ ਥਾਂ ਮਿਲ ਜਾਏਗੀ। ਇਹ ਕਹਿੰਦਾ ਮਹਾਰਾਜ ਉੱਥੇ ਅੰਮ੍ਰਿਤ ਮੈਂ ਛਕਣਾ ਜੀ, ਮੈਂ ਤੇ ਅੰਮ੍ਰਿਤ ਛਕਿਆ। ਸਤਿਗੁਰ ਕਹਿੰਦੇ ਕਦੋਂ ਛਕਿਆ? ਪਾਤਸ਼ਾਹ ਜਿਹੜਾ ਤੁਸੀਂ ਪ੍ਰਸ਼ਾਦਾ ਛਕਦੇ ਹੋ ਨਾ ਮਹਾਰਾਜ, ਤੁਹਾਡਾ ਜੂਠਾ ਸੀਤ ਪ੍ਰਸ਼ਾਦ ਮੈਂ ਛਕ ਲੈਣਾ ਵਾਂ, ਤੇ ਮਹਾਰਾਜ ਇਹ ਵੀ ਤੇ ਅੰਮ੍ਰਿਤ ਹੀ ਆ ਨਾ, ਇਹ ਮੈਂ ਰੋਜ਼ ਛਕਣਾ ਵਾਂ। ਮਹਾਰਾਜ ਕਹਿੰਦੇ ਨਹੀਂ, ਖੰਡੇ ਦੀ ਪੌਲ ਲੈ, ਉਹ ਖੰਡੇ ਨਾਲ ਤਿਆਰ ਕੀਤਾ ਜਿਹੜਾ ਅੰਮ੍ਰਿਤ ਆ ਉਹ ਛਕ। ਇਹ ਕਹਿੰਦਾ ਮਹਾਰਾਜ ਕਿ ਜਦੋਂ ਲੰਗਰ ਵਰਤਾਇਆ ਜਾਂਦਾ ਹੈ ਉਦੋਂ ਵੀ ਤਾਂ ਇਹ ਸ੍ਰੀ ਸਾਹਿਬ ਭੇਟ ਕੀਤੀ ਜਾਂਦੀ ਆ। ਮਹਾਰਾਜ ਕਹਿੰਦੇ ਨਹੀਂ ਡੱਲਿਆ, ਜੇ ਤੂੰ ਸਾਡੀ ਖੁਸ਼ੀ ਲੈਣੀ ਆ, ਚਰਨ 'ਚ ਥਾਂ ਚਾਹੁੰਦਾ ਆ ਨਾ, ਤੇ ਪਰ ਖੰਡੇ ਬਾਟੇ ਦੀ ਪੌਲ ਜਿਹੜੀ ਹੈ ਨਾ ਉਹ ਛਕ, ਜੋ 5 ਬਾਣੀਆਂ ਦਾ ਜਾਪ ਕਰਕੇ ਪੌਲ ਤਿਆਰ ਕੀਤੀ ਜਾਂਦੀ ਆ। ਤੇ ਡੱਲੇ ਨੇ ਪਿਆਰਿਓ ਆਪਣੇ 100 ਪਰਿਵਾਰ ਦੇ ਮੈਂਬਰਾਂ ਸਮੇਤ ਉੱਥੇ ਫਿਰ ਅੰਮ੍ਰਿਤ ਦਾ ਪਾਨ ਕੀਤਾ, ਤੇ ਡੱਲੇ ਤੋਂ ਡੱਲਾ ਸਿੰਘ ਬਣਿਆ। ਗੁਰੂ ਮਹਾਰਾਜ ਬੜੇ ਖੁਸ਼ ਹੋਏ, ਸਤਿਗੁਰਾਂ ਤੇਗਾ ਦਿੱਤਾ, ਢਾਲ ਦਿੱਤੀ, 2 ਕੜੇ ਦਿੱਤੇ, ਆਪਣੇ ਬਸਤਰ ਦਿੱਤੇ ਮਹਾਰਾਜ ਨੇ ਖੁਸ਼ ਹੋ ਕੇ। ਅੱਜ ਵੀ ਜਿੱਥੇ ਡੱਲੇ ਦੀ ਹਵੇਲੀ ਆ ਨਾ ਜੀ ਦਮਦਮਾ ਸਾਹਿਬ, ਇਹ ਸਤਿਗੁਰਾਂ ਦੀਆਂ ਕੀਮਤੀ ਵਸਤੂਆਂ
ਉੱਥੇ ਪਈਆਂ ਨੇ, ਦਰਸ਼ਨ ਕਰਵਾਏ ਜਾਂਦੇ ਆ। ਖੈਰ ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਵਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਉਹਨਾਂ ਤੋਂ ਬਾਅਦ ਪਰ ਹੋਰ ਬੜੀਆਂ ਘਟਨਾਵਾਂ ਵਾਪਰਦੀਆਂ ਆ। ਅੱਜ ਜਿਹੜਾ ਜਲ੍ਹਿਆਂਵਾਲੇ ਬਾਗ ਦਾ ਸਾਕਾ ਵਾਪਰਿਆ ਪਿਆਰ, ਇਹ ਵੀ ਵਿਸਾਖੀ ਵਾਲਾ ਦਿਨ ਸੀ। 1978 ਦੀ ਵਿਸਾਖੀ ਉੱਥੇ ਸਾਡੇ ਸਾਹਮਣੇ ਬੀਤੀ ਆ। ਆਪਾਂ ਭੁੱਲ ਨਹੀਂ ਸਕਦੇ ਕਿ ਪਿਆਰਿਓ ਨਕਲੀ ਨਿਰੰਕਾਰੀ ਜਿਸ ਵੇਲੇ ਸਤਿਗੁਰਾਂ ਦੀ ਬੇਅਦਬੀ ਕਰਦਾ ਆ ਤੇ ਗੁਰੂ ਕੇ ਸਿੱਖਾਂ ਨੇ ਵਿਰੋਧ ਕੀਤਾ, ਉੱਥੇ ਪਰ ਸਰਕਾਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ 1978 ਦੀ ਵਿਸਾਖੀ ਵਾਲੇ ਦਿਨ 13 ਸਿੰਘ ਸ਼ਹੀਦ ਹੋਏ ਜੀ। 13 ਸਿੰਘ, ਫੌਜਾ ਸਿੰਘ ਬੱਬਰ, ਗਜਨੀਪੁਰ, ਗੁਰਦਾਸਪੁਰ, ਉਹ ਜਿਹੜਾ ਇਹਨਾਂ ਦਾ ਮੋਢੀ ਸੀ ਪਿਆਰ, ਉਹ ਵੀ ਸ਼ਹੀਦ ਹੋਇਆ। ਉਹ ਸੂਰਮੇ ਸ਼ਹੀਦ ਹੋਏ। ਆਪਾਂ ਉਹਨਾਂ ਦੀ ਯਾਦ ਵੀ ਮਨਾ ਰਹੇ ਹਾਂ। ਕਹਿਣ ਤੋਂ ਮੁਰਾਦ ਕਿ ਵਿਸਾਖ ਦੇ ਮਹੀਨੇ ਨਾਲ ਸਾਡੀਆਂ ਬੜੀਆਂ ਘਟਨਾਵਾਂ ਜੁੜੀਆਂ ਹੋਈਆਂ ਨੇ ਇਤਿਹਾਸ ਦੀਆਂ। ਲੇਕਿਨ ਇਹ ਵਿਸਾਖੀ ਦਾ ਪੁਰਬ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਤੋਂ ਗੁਰੂ ਘਰ ਵਿਖੇ ਜ਼ਿਆਦਾ ਜਿਹਨੇ ਸੰਗਤਾਂ ਸੀ ਨਾ ਉਹ ਮਨਾਉਣ ਲੱਗ ਪਈਆਂ। ਉਹਦਾ ਕਾਰਨ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਤੇ ਬੈਠਣ ਦਾ ਗੁਰਪੁਰਬ ਵੀ ਆ, ਗੁਰਿਆਈ ਪੁਰਬ ਵੀ ਆ। ਬਾਬਾ ਅਮਰਦਾਸ ਨੇ ਬੜੀ ਸੇਵਾ ਕੀਤੀ, ਬੜੀ ਘਾਲ ਘਾਲੀ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੇਵਾ ਤੇ ਪ੍ਰਸੰਨ ਹੁੰਦੇ ਆ। ਤੇ ਉਹ ਇਤਿਹਾਸ ਚੱਲਦਾ ਵੀ ਪਿਆ ਰੋਜ਼ ਇੱਥੇ ਗੁਰੂ ਘਰ ਵਿਖੇ, ਫਰੀਮੌਂਟ ਵਿਖੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਕਿਵੇਂ ਗੁਰਿਆਈ ਮਿਲੀ, ਕਿਵੇਂ ਸੇਵਾ ਉਹਨਾਂ ਕੀਤੀ, ਚੱਲਦਾ ਪਿਆ। ਉਹੀ ਸਤਿਗੁਰਾਂ ਦਾ ਅੱਜ ਪਿਆਰ ਗੁਰਪੁਰਬ ਹੈ। ਗੁਰੂ ਅਮਰਦਾਸ ਦੇ ਚਰਨਾਂ ਵਿੱਚ ਭਾਈ ਪਾਰੋ ਜੀ ਬੇਨਤੀ ਕਰਦੇ ਆ। ਭਾਈ ਪਾਰੋ ਜਿਨ੍ਹਾਂ ਨੂੰ ਪਰਮਹੰਸ ਦਾ ਖਿਤਾਬ ਦੇ ਕੇ ਨਿਵਾਜਿਆ ਜੀ, ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਵੀ ਸਾਰੇ ਅਨਮਤਾਂ ਵਾਲੇ ਉਹਨਾਂ ਦੇ ਤਿਉਹਾਰ ਨੇ, ਉਹਨਾਂ ਦੇ ਕੋਈ ਦਿਨ ਦਿਹਾੜੇ ਆ ਵੀ ਸਾਰੇ ਜਿਹੜੀਆਂ ਕੌਮਾਂ ਨੇ ਉਹਨਾਂ ਤਿਉਹਾਰਾਂ ਤੇ ਇੱਕ ਥਾਂ ਤੇ ਇਕੱਤਰ ਹੁੰਦੀਆਂ ਆ। ਤੇ ਕਿਉਂ ਨਾ ਹੋਵੇ ਗੁਰੂ ਘਰ ਵੇਖੇ ਵੀ ਕੋਈ ਐਦਾਂ ਦਾ ਪੁਰਬ, ਕੋਈ ਇੱਦਾਂ ਦਾ ਦਿਨ ਮਿੱਥਿਆ ਜਾਵੇ ਕਿ ਜਦੋਂ ਸਾਰੇ ਸਿੱਖ ਜਿਹੜੇ ਨੇ ਸੰਗਤਾਂ ਇਕੱਠੀਆਂ ਹੋਣ, ਇਕੱਤਰ ਹੋਣ, ਜਾਣ ਪਹਿਚਾਣ ਵਧੇ, ਪਿਆਰ ਵਧੇ, ਜੋੜ ਮੇਲ ਹੋਵੇ। ਇੱਕ ਬੇਨਤੀ ਹੋਰ ਮੈਂ ਕਰਾਂ, ਇਹ ਜੋ ਗੁਰੂ ਘਰਾਂ 'ਚ ਪੁਰਬ ਬਣਾਏ ਜਾਂਦੇ ਆ ਨਾ ਜੀ, ਇਹ ਜੋੜ ਮੇਲਾ ਨਹੀਂ, ਇਹ ਜੋੜ ਮੇਲ ਆ। ਪਰ ਹੁਣ ਅਸੀਂ ਨਾਂ ਦੇ ਦਿੱਤੇ ਆ ਹੋਲਾ ਮਹੱਲਾ ਸਾਹਿਬ ਦਾ ਜੋੜ ਮੇਲਾ, ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲਾ, ਮੇਲਾ ਨਹੀਂ ਜੋੜ ਮੇਲ। ਇਹਦਾ ਮਤਲਬ ਇਹ ਸੀ ਕਿ ਜਿਹੜੀਆਂ ਸੰਗਤਾਂ ਇੱਕ ਥਾਂ ਤੇ ਇਕੱਤਰ ਹੋਣਗੀਆਂ, ਮਿਲ ਹੋਣਗੀਆਂ ਤੇ ਸਾਰੇ ਮਿਲ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਾਂਗੇ। ਮੇਲ ਦੇ ਅਰਥ ਨੇ ਕਿ ਸੰਗਤਾਂ ਦਾ ਮਿਲਾਪ, ਸੰਗਤਾਂ ਦਾ ਇਕੱਠ, ਤੇ ਜੋੜ ਦੇ ਅਰਥ ਨੇ ਗੁਰੂ ਚਰਨਾਂ ਦੇ ਨਾਲ ਜੁੜਨਾ। ਭਾਈ ਪਾਰੋ ਜੀ ਕਹਿੰਦੇ ਮਹਾਰਾਜ ਕੋਈ ਜੋੜ ਮੇਲ ਆਰੰਭ ਕੀਤਾ ਜਾਏ। ਤੇ ਫਿਰ ਵਿਸਾਖੀ ਆਉਣ ਵਾਲੀ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਫਿਰ ਗੱਲ ਹੀ ਕੋਈ ਨਹੀਂ। ਭਾਈ ਪਾਰੋ ਹੰਸ ਪਰਮਹੰਸ, ਅਸੀਂ ਵਿਸਾਖੀ ਵਾਲੇ ਦਿਨ ਇਹ ਜੋੜ ਮੇਲ ਆਰੰਭ ਕਰਦੇ ਹਾਂ। ਸੰਗਤਾਂ ਨੂੰ ਸੁਨੇਹੇ ਭੇਜੇ ਗਏ, ਭਾਰੀ ਗਿਣਤੀਆਂ ਦੇ ਸੰਗਤਾਂ ਆਈਆਂ ਵਿਸਾਖੀ ਵਾਲੇ ਦਿਨ ਤੇ ਪਿਆਰ ਬਹੁਤ ਭਾਰੀ ਜੋੜ ਮੇਲ ਹੋਇਆ। ਸੰਗਤਾਂ ਸਿੱਖ ਇਕੱਤਰ ਹੋਏ ਤੇ ਗੁਰੂ ਮਹਾਰਾਜ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ। ਉਸ ਤੋਂ ਬਾਅਦ ਸਤਿਗੁਰੂ ਜੀ ਸਰੀਰਕ ਜਾਮੇ ਦੇ ਅੰਦਰ ਜਿਤਨੀ ਦੇਰ ਵੀ ਮੇਰੇ ਸਾਹਿਬ ਜੀ ਦੀ ਜੋਤ ਰਹੀ ਆ, ਸ਼ਬਦ ਗੁਰੂ ਦੇ ਲੜ ਲਗਾਉਣ ਤੋਂ ਪਹਿਲਾਂ ਤੱਕ ਸਤਿਗੁਰੂ ਜਿੱਥੇ ਵੀ ਹੋਇਆ ਕਰਦੇ ਸਨ ਤੇ ਹਰੇਕ ਵਿਸਾਖੀ ਦੇ ਪੁਰਬ ਤੇ ਸੰਗਤਾਂ ਉੱਥੇ ਪਹੁੰਚਦੀਆਂ ਸਨ। ਚਾਹੇ ਗੋਂਦਵਾਲ ਸਾਹਿਬ ਹੋਵੇ, ਚਾਹੇ ਸ੍ਰੀ ਅੰਮ੍ਰਿਤਸਰ ਸਾਹਿਬ ਹੋਵੇ, ਚਾਹੇ ਅਨੰਦਪੁਰ ਸਾਹਿਬ ਹੋਵੇ, ਚਾਹੇ ਕੀਰਤਪੁਰ ਸਾਹਿਬ ਹੋਵੇ, ਜਿੱਥੇ ਵੀ। ਖੈਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਪਰ ਬੜੀ ਕਿਰਪਾ ਕੀਤੀ ਜੀ। 1699 ਦੀ ਵਿਸਾਖੀ ਆਉਂਦੀ ਆ। ਮੇਰੇ ਸਾਹਿਬ ਜੀ ਨੇ ਸੰਗਤਾਂ ਨੂੰ ਸੁਨੇਹੇ ਭੇਜੇ ਆ ਕਿ ਸਿੱਖੋ ਆਓ, ਖਾਸ ਆਇਓ, ਤਿਆਰੀ ਕਰਕੇ ਆਇਓ, ਹੁਮ ਹਮਾ ਕੇ ਆਇਓ, ਤੁਹਾਨੂੰ ਇੱਕ ਨਵਾਂ ਪ੍ਰੋਗਰਾਮ ਦੇਣਾ ਆ। ਸੰਗਤਾਂ ਨੂੰ ਬੜਾ ਚਾਅ, ਬੜਾ ਉਤਸ਼ਾਹ ਕਿ ਮਹਾਰਾਜ ਨੇ ਨਵਾਂ ਪ੍ਰੋਗਰਾਮ ਦੇਣਾ ਕਿ ਆਪਾਂ ਜ਼ਰੂਰ ਜਾਣਾ। ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਪਿਆਰ ਉੱਥੇ ਇਕੱਤਰ ਹੁੰਦੀਆਂ ਆ। ਹੁਕਮਨਾਮੇ ਸਤਿਗੁਰਾਂ ਦੇ ਭੇਜੇ ਜਾਂਦੇ ਆ। ਕਈ ਮਹੀਨੇ ਪਹਿਲਾਂ ਕਾਬਲ ਦੀ ਸੰਗਤ ਹੈ, ਕਸ਼ਮੀਰ ਦੀ ਸੰਗਤ ਆ, ਅਸਾਮ ਦੀ ਸੰਗਤ ਆ, ਜਿੱਥੇ ਜਿੱਥੇ ਵੀ ਹੁਕਮਨਾਮੇ ਭੇਜੇ ਸੰਗਤਾਂ ਚੱਲ ਕੇ ਆਈਆਂ। ਜਿਸ ਵੇਲੇ ਸੰਗਤਾਂ ਦਾ ਇਕੱਠ ਹੋਇਆ ਪਿਆਰ, ਇਹ ਦਿਨ ਆਇਆ 1699 ਦਾ, ਵਿਸਾਖ ਦਾ ਇਹ ਦਿਨ ਆਇਆ। ਜਦੋਂ ਇਹ ਦਿਨ ਆਇਆ ਤਿਆਰੀ ਪਹਿਲਾਂ ਕੀਤੀ, ਸ਼ਮਿਆਨੇ ਲੱਗੇ, ਤੰਬੂ ਲੱਗੇ, ਕਨਾਤਾਂ ਤਾਲੀਆਂ ਹੋਈਆਂ ਤੇ ਗੁਰੂ ਮਹਾਰਾਜ ਪਿਆਰਿਓ ਤੰਬੂ ਵਿੱਚ ਨੇ। ਆਸਾ ਕੀ ਵਾਰ ਦਾ ਕੀਰਤਨ ਹੋਇਆ, ਭੋਗ ਪਿਆ। ਉੱਥੇ ਪਿਆਰਿਓ ਸਿੰਘ ਸਾਹਿਬ ਗਿਆਨੀ ਮਲ ਸਿੰਘ ਜੋ ਲਿਖਦੇ ਆ ਕਿ ਭਾਈ ਮਣੀ ਸਿੰਘ ਉਹਨਾਂ ਨੇ ਕਥਾ ਵੀ ਕੀਤੀ ਆ ਉਸ ਦਿਨ ਪਹਿਲਾਂ। ਆਸਾ ਕੀ ਵਾਰ ਦਾ ਕੀਰਤਨ, ਭੋਗ ਪਰ ਕਥਾ। ਜਿਸ ਵੇਲੇ ਦੀਵਾਨ ਦੀ ਸਮਾਪਤੀ ਹੁੰਦੀ ਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਪਿਆਰਿਓ ਤੰਬੂ ਚੋਂ ਸਾਹਮਣੇ ਮੰਚ ਤੇ ਆਉਂਦੇ ਆ।
ਸੰਗਤਾਂ ਐਂ ਬੈਠੀਆਂ ਜਿਵੇਂ ਆਪ ਜੀ ਜੁੜੇ ਬੈਠੇ ਹੋ। ਮੇਰੇ ਕਲਗੀਧਰ ਪਿਤਾ, ਉਹਨਾਂ ਦੇ ਹੱਥ ਵਿੱਚ ਸ੍ਰੀ ਸਾਹਿਬ ਆ, ਮਿਆਨ ਤੋਂ ਬਿਨਾਂ। ਸਤਿਗੁਰੂ ਮਹਾਰਾਜ ਉਹ ਜਿਹੜੀ ਸ੍ਰੀ ਸਾਹਿਬ ਹੈ ਉਹ ਹਵਾ ਦੇ ਵਿੱਚ ਲਹਿਰਾਉਂਦੇ ਆ, ਉੱਚੀ ਉਠਾਉਂਦੇ ਆ, ਤੇ ਗੁਰੂ ਮਹਾਰਾਜ ਫਿਰ ਆਵਾਜ਼ ਮਾਰਦੇ ਆ, ਕਹਿੰਦੇ ਹੈ ਕੋਈ ਸਿੱਖ ਬੇਟਾ ਜੋ ਕਰੇ ਸੀਸ ਭੇਟਾ। ਸਾਹਿਬ ਕਹਿੰਦੇ ਨੇ ਦੇਰ ਨਾ ਲਗਾਈਏ ਸੋ ਜਲਦ ਜਲਦ ਆਈਏ। ਮਹਾਰਾਜ ਨੇ ਵੀ ਕਿਹਾ। ਸਤਿਗੁਰੂ ਨੇ ਪਹਿਲੀ ਆਵਾਜ਼ ਮਾਰੀ, ਕੋਈ ਨਹੀਂ ਉੱਠਿਆ। ਗੁਰੂ ਸਾਹਿਬ ਨੇ ਆਖਿਆ ਆਓ। ਮਹਾਰਾਜ ਕਿਉਂ? ਉਹ ਤੇ ਇੱਕ ਸੱਜਣ ਦੇ ਬੜੇ ਪਿਆਰੇ ਬੋਲ ਮੈਨੂੰ ਯਾਦ ਆ ਗਏ। ਇਹਨਾਂ ਪੰਜਾਂ ਪਿਆਰਿਆਂ ਦੇ ਨਾਂ ਲੈ ਕੇ ਉਹਨਾਂ ਨੇ ਬੜੇ ਕਮਾਲ ਦੀ ਬੋਲ ਕਹੇ ਆ। ਸਤਿਗੁਰੂ ਜੀ ਇੱਕ ਵੰਗਾਰ ਪਾਉਂਦੇ ਆ। ਮੇਰੇ ਦਾਤਾ ਜੀ ਕਹਿੰਦੇ ਨੇ ਆ ਉਰਾਂ ਥਾਂ ਥਾਂ ਤੇ ਗਰਦਨ ਝੁਕਾਵਣ ਵਾਲਿਆ, ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਦੇਖਣਾ। ਬਾਲ ਕੇ ਅੰਧੇਰੇ ਵਿੱਚ ਜੋਤੀ ਦਇਆ ਤੇ ਧਰਮ ਕੋ, ਤੇਰੇ ਮਨ ਮੰਦਰ ਨੂੰ ਨੂਰ ਹੁੰਦਾ ਦੇਖਣਾ। ਤੇਰੇ ਨਿਰਬਲ ਡੋਲਿਆਂ ਵਿੱਚ ਪਾ ਕੇ ਹਿੰਮਤ ਦੀ ਕਣੀ, ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਦੇਖਣਾ। ਤੇਰੀ ਕਾਇਰਤਾ ਨੂੰ ਮੁਹਕਮ ਇਰਾਦੇ ਬਖਸ਼ ਕੇ ਤੇਰੇ ਪੈਰਾਂ ਵਿੱਚ ਪਰਬਤ ਚੂਰ ਹੁੰਦਾ ਦੇਖਣਾ। ਰੱਖ ਦੇਵੇਂਗਾ ਗਰਦਨ ਜੇਕਰ ਤੂੰ ਮੇਰੀ ਤੇਗ ਉੱਤੇ, ਸੌ ਤੇਗ ਦੀ ਸਰਦਾਰ ਬਣ ਜਾਏਗਾ ਤੂੰ। ਨਹੀਂ ਚਾੜਨਾ ਮਨਸੂਰ ਦੀ ਸੂਲੀ ਤੇ ਮੈਂ, ਚੜ ਕੇ ਮੇਰੀ ਤੇਗ ਤੇ ਸਹਿਬੇ ਮੁਖਤਾਰ ਬਣ ਜਾਏਗਾ ਤੂੰ, ਸਰਦਾਰ ਬਣ ਜਾਏਗਾ ਤੂੰ। ਸਤਿਗੁਰ ਕਹਿੰਦੇ ਮੈਂ ਤੈਨੂੰ ਸਰਦਾਰ ਬਣਾਉਣਾ ਆ। ਜਦੋਂ ਮੇਰੇ ਸਾਹਿਬ ਨੇ ਹੋਕਾ ਦਿੱਤਾ, ਅਵਾਂਗਾਰ ਪਾਈ, ਪਹਿਲਾਂ ਕੋਈ ਨਾ ਉੱਠਿਆ ਜੀ। ਫਿਰ ਤੀਸਰੀ ਵਾਰ ਮਹਾਰਾਜ ਨੇ ਆਖਿਆ ਭਾਈ ਉਠੋ। ਬਾਬੇ ਨਾਨਕ ਦੇ ਸਿੱਖ ਹੋ। ਤੇ ਗੁਰੂ ਨਾਨਕ ਨੇ ਆਖਿਆ ਸੀ ਜੇ ਗੁਰੂ ਨਾਲ ਪ੍ਰੇਮ ਦੀ ਖੇਡ ਖੇਡਣੀ ਆ, ਹਰੇਕ ਗੇਮ ਦੇ ਅਸੂਲ ਹੁੰਦੇ ਆ। ਕੋਈ ਵੀ ਗੇਮ ਆ ਨਾ, ਕੋਈ ਵੀ ਖੇਡ ਆ, ਉਹਦੇ ਕੁਝ ਸਿਧਾਂਤ ਹੁੰਦੇ ਆ, ਅਸੂਲ ਹੁੰਦੇ ਆ, ਨਿਯਮ ਹੁੰਦੇ ਆ। ਮੇਰੇ ਸਾਹਿਬ ਨੇ ਕਿਹਾ ਗੁਰੂ ਨਾਲ ਪ੍ਰੇਮ ਦੀ ਖੇਡ ਖੇਡਣੀ ਆ ਤੇ ਪਹਿਲਾ ਅਸੂਲ ਹੀ ਇਹਦਾ ਇਹ ਹੈ ਕਿ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਲ ਨਾ ਕੀਜੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਕਿ ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਈ ਆਪਣਾ ਗੁਰੂ ਸੌਂਪ ਦਿਆ ਆਪਣਾ ਸਭ ਕੁਝ। ਜਦੋਂ ਆਹ ਗੱਲ ਕਹੀ ਨਾ ਜੀ, ਫਿਰ ਭਾਈ ਦਇਆ ਰਾਮ ਜੀ ਉੱਠਦੇ ਆ। ਸਤਿਗੁਰੂ ਜੀ ਖਿਮਾ ਲਈ ਦੇਰੀ, ਮੇਰਾ ਸਿਰ ਹਾਜ਼ਰ ਆ। ਇਹ ਇੱਕ ਬੇਨਤੀ ਕਰਾਂ, ਇਹ ਜਿੱਤਨੇ ਉੱਠੇ ਨੇ ਨਾ ਪੰਜ ਪਿਆਰੇ, ਇਹ ਨਹੀਂ ਕਿ ਪਹਿਲੇ ਦਿਨ ਤੇ ਪਹਿਲੇ ਦਿਨ ਉੱਠ ਪਏ ਆ। ਇਹ ਕਈਆਂ ਮਹੀਨਿਆਂ ਤੋਂ ਰਹਿ ਰਹੇ ਆ, ਕਈਆਂ ਸਾਲਾਂ ਤੋਂ ਰਹਿ ਰਹੇ ਆ। ਇਹਨਾਂ ਨੇ ਸਿੱਖੀ ਨੂੰ ਕਮਾਇਆ, ਗੁਰੂ ਦਾ ਉਪਦੇਸ਼ ਮਨ 'ਚ ਵਸਾਇਆ ਹੋਇਆ, ਇਹ ਪ੍ਰੇਮ ਦਾ ਪਾਠ ਪੜ੍ਹੇ ਹੋਏ ਆ, ਇਹ ਫਿਰ ਉੱਠਦੇ ਆ। ਸਤਿਗੁਰੂ ਜੀ ਭਾਈ ਦਇਆ ਸਿੰਘ ਨੂੰ ਕਹਿੰਦੇ ਨਾਮ, ਕਹਿੰਦਾ ਜੀ ਦਇਆ ਸਿੰਘ, ਦਇਆ ਰਾਮ। ਮਹਾਰਾਜ ਜੀ ਕਹਿੰਦੇ ਕਿੱਥੋਂ ਆਇਆ? ਕਹਿੰਦਾ ਜੀ ਲਾਹੌਰ ਤੋਂ। ਤੇ ਗੁਰੂ ਸਾਹਿਬ ਹੱਸ ਪਏ। ਸਤਿਗੁਰ ਕਹਿੰਦੇ ਨੇ ਕਿ ਇਸ ਲਾਹੌਰ ਦੇ ਸ਼ਹਿਰ ਅੰਦਰ ਕਦੇ ਬਾਬੇ ਨਾਨਕ ਨੇ ਚਰਨ ਪਾਏ, ਤੇ ਜਦੋਂ ਉੱਥੋਂ ਦਾ ਵਰਤਾਰਾ ਵੇਖਿਆ ਤੇ ਬਾਬੇ ਨਾਨਕ ਨੇ ਕਿਹਾ ਸੀ ਕਿ ਲਾਹੌਰ ਸ਼ਹਿਰ ਜ਼ਹਿਰ ਕਰ ਸਵਾ ਪੈਰ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਉੱਥੇ ਸਭ ਕੁਝ ਮਿਲਦਾ ਪਰ ਦਇਆ ਨਹੀਂ ਸੀ ਮਿਲਦੀ। ਉੱਥੇ ਲੋਕ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਤੇ ਜੀਆਂ ਨੂੰ ਕੋਂਦੇ ਸਨ, ਉਹਨਾਂ ਦੀਆਂ ਬਲੀਆਂ ਦਿੰਦੇ ਸਨ, ਚੀਕ ਚਹਾੜਾ ਪੈਂਦਾ ਸੀ, ਪਰ ਦਇਆ ਨਹੀਂ ਸੀ। ਬੜਾ ਚੰਗਾ ਹੋਇਆ ਕਿ ਜਿਹੜਾ ਪੰਥ ਮੈਂ ਸਾਜਣਾ ਆ ਉੱਥੇ ਦਇਆ ਚੱਲ ਕੇ ਆਈ ਆ, ਦਇਆ। ਤੇ ਬਾਬੇ ਨਾਨਕ ਨੇ ਗੱਲ ਹੀ ਦਇਆ ਦੀ ਕੀਤੀ ਆ। ਧਰਮ ਹੁੰਦਾ ਹੀ ਉੱਥੇ ਜੇ ਦਇਆ ਹੋਏਗੀ, ਜੇ ਦਇਆ ਨਹੀਂ ਨਾ ਉੱਥੇ ਧਰਮ ਹੀ ਨਹੀਂ ਆ ਜੀ। ਧੌਲ ਧਰਮ ਦਇਆ ਕਪੂਤ, ਧਰਮ ਦਇਆ ਦਾ ਪੁੱਤਰ ਹੈ। ਇਹ ਗੁਰੂ ਨਾਨਕ ਨੇ ਕਿਰਪਾ ਕੀਤੀ ਆ। ਤੇ ਖਾਲਸੇ ਅੰਦਰ ਬੜੀ ਦਇਆ ਜੀ। ਮੈਂ ਹੈਰਾਨ ਹੋ ਜਾਣਾ, ਇਹ ਦਇਆ ਦੀਆਂ ਨਿਸ਼ਾਨੀਆਂ ਨੇ ਕਿ ਵਰਦੇ ਤੋਪਾਂ ਚੱਲਦੀਆਂ, ਟੈਂਕ ਚੱਲਦੇ ਆ, ਤੇ ਗੁਰੂ ਕਾ ਖਾਲਸਾ ਉੱਥੇ ਜਾ ਕੇ ਲੰਗਰ ਲਗਾਈ ਜਾਂਦਾ ਜੀ। ਉੱਥੇ ਜਾ ਕੇ ਉਹਨਾਂ ਦਾ ਇਲਾਜ ਕਰਦਾ। ਜਿੱਥੇ ਕੋਈ ਬਾੜ ਆਉਂਦੀ, ਹੜ੍ਹ ਆਉਂਦਾ, ਨੁਕਸਾਨ ਹੁੰਦਾ, ਉੱਥੇ ਜਾ ਕੇ ਲੰਗਰ ਲਗਾਉਂਦਾ। ਇਹ ਗੁਰੂ ਦੀ ਦਿੱਤੀ ਦਇਆ। ਖਾਲਸੇ ਅੰਦਰ ਇੰਨੀ ਦਇਆ ਆ ਪਿਆਰੋ, ਕੱਲ ਪਰਸੋਂ ਦੀ ਨਿਊਜ਼ ਹੈ, ਉੱਥੇ ਪਿਆਰੋ ਕੁਝ ਲੋਕਾਂ ਨੇ ਹਮਲਾ ਕੀਤਾ, ਉੱਥੇ ਫੌਜੀ ਜਵਾਨ ਉਹਨਾਂ ਦੇ ਗੋਲੀਆਂ ਵੱਜੀਆਂ, ਕਈ ਮਾਰੇ ਗਏ। ਤੇ ਪਿਆਰ ਗੁਰੂ ਕਾ ਖਾਲਸਾ ਸਿੱਖ, ਗੋਲੀ ਉਹਦੇ ਵੱਜੀ ਆ, ਪਰ ਉਹਦੇ ਨਾਲ ਦੇ ਵੀ ਗੋਲੀ ਵੱਜੀ ਆ। ਇਹ ਦਇਆ ਨਾ ਜੀ, ਉਹਨੇ ਆਪਣੀ ਦਸਤਾਰ ਲਾ ਕੇ ਤੇ ਉਹਦੇ ਜ਼ਖਮ ਤੇ ਬੰਨ੍ਹ ਦਿੱਤੀ ਜਿੱਥੇ ਗੋਲੀ ਵੱਜੀ। ਆਪਣੀ ਦਸਤਾਰ ਲਾ ਕੇ ਆਪਣੇ ਵੱਲ ਨਹੀਂ ਵੇਖਿਆ ਕਿ ਗੋਲੀਆਂ ਤੇ ਮੇਰੇ ਵੀ ਵੱਜੀਆਂ ਨੇ, ਮੈਂ ਫਟੜਿਆ। ਆਹ ਦਇਆ ਜੀ ਇਹ ਕਿੱਥੋਂ ਮਿਲੀ? ਇਹ ਸਿੱਖ ਧਰਮ ਅੰਦਰ ਦਇਆ, ਖਾਲਸੇ ਅੰਦਰ ਇੰਨੀ ਦਇਆ। ਉਹਨੇ ਆਪਣੀ ਦਸਤਾਰ ਲਾ ਕੇ ਜਿੱਥੇ ਉਹਦੇ ਗੋਲੀ ਵੱਜੀ ਆ ਉੱਥੇ ਬੰਨ੍ਹ ਦਿੱਤੀ, ਉਹਨੇ ਉਹਦੀ ਜਾਨ ਬਚਾਈ ਜੀ। ਆਹ ਹੈ ਖਾਲਸਾ, ਦਇਆ। ਸਤਿਗੁਰ ਖੁਸ਼ ਹੋਏ ਕਿ ਦਇਆ ਆਈ ਮੇਰੇ ਪੰਥ ਵਿੱਚ। ਮਹਾਰਾਜ ਅੰਦਰ ਲੈ ਕੇ ਜਾਂਦੇ ਆ, ਤਲਵਾਰ ਚੱਲਦੀ ਆ,
ਸਿਰ ਡਿੱਗਦਾ ਆ। ਥੋੜੀ ਦੇਰ ਬਾਅਦ ਮਹਾਰਾਜ ਫਿਰ ਆਉਂਦੇ ਨੇ, ਕਹਿੰਦੇ ਨੇ ਪਿਆਰਿਓ ਬੇਅੰਤ ਸੀ ਚਾਹੀਏ ਸੋ ਜਲਦ ਜਲਦ ਆਈਏ। ਸਤਿਗੁਰੂ ਨੇ ਕਿਸੇ ਹੋਰ ਚਾਹੀਦਾ, ਇੱਕ ਸਿਰ ਹੋਰ ਚਾਹੀਦਾ। ਪਰ ਭਾਈ ਧਰਮ ਚੰਦ ਜੀ ਉੱਠਦੇ ਆ, ਹਸਤਨਾਪੁਰ ਦਿੱਲੀ ਦੇ ਰਹਿਣ ਵਾਲੇ, ਕਹਿੰਦੇ ਮਹਾਰਾਜ ਮੇਰਾ ਸੀਸ ਹਾਜ਼ਰ ਆ। ਸਤਿਗੁਰੂ ਕਹਿੰਦੇ ਨਾਮ, ਕਹਿੰਦਾ ਧਰਮ ਚੰਦ। ਕਿੱਥੋਂ ਆਇਆ? ਦਿੱਲੀ ਤੋਂ। ਤੇ ਮਹਾਰਾਜ ਕਹਿੰਦੇ ਦਿੱਲੀ ਇਹ ਰਾਜਨੀਤੀ ਦੀ ਕਿੱਲੀ ਆ, ਇੱਥੇ ਧਰਮ ਨਹੀਂ ਸੀ ਲੱਭਦਾ। ਰਾਜਨੀਤਿਕ ਲੋਕ ਦਿੱਲੀ ਜ਼ਿਆਦਾ ਨੇ, ਇੱਥੇ ਧਰਮ ਨਹੀਂ ਜੀ ਲੱਭਦਾ। ਸੱਚੀ ਗੱਲ ਆ, ਅੱਜ ਵੀ ਦੇਖਦੇ ਆ ਤੇ ਪਹਿਲਾਂ ਵੀ। ਇੱਥੇ ਜਿਹੜਾ ਵੀ ਦਿੱਲੀ ਦੇ ਤਖਤ ਉੱਤੇ ਆਣ ਕੇ ਬੈਠਾ, ਉਹਨੇ ਜ਼ੁਲਮੀ ਢਾਇਆ ਆ, ਉਹਨੇ ਜ਼ਬਰ ਕੀਤਾ ਆ, ਉਹਨੇ ਧਰਮੀਆਂ ਨੂੰ ਸ਼ਹੀਦ ਕੀਤਾ ਆ, ਧਰਮੀਆਂ ਤੇ ਅਤਿਆਚਾਰ ਕੀਤਾ। ਪਹਿਲਾਂ ਵੀ ਕਰਦੇ ਆਏ ਨੇ ਤੇ ਅੱਜ ਵੀ ਹੋ ਰਿਹਾ ਜੀ। ਉੱਥੇ ਦਿੱਲੀ ਰਾਜਨੀਤੀ ਦੀ ਕਿੱਲੀ ਮੰਨਿਆ ਗਿਆ ਇਹਨੂੰ, ਇਹ ਧਰਮ ਤੋਂ ਪਰਾਂ ਪਰਾਂ ਰਹੀ ਆ। ਸਤਿਗੁਰ ਕਹਿੰਦੇ ਕਿ ਜਿਸ ਦਿੱਲੀ ਦਾ ਬਾਦਸ਼ਾਹ ਕਹਿੰਦਾ ਮੈਂ ਕੋਈ ਹੋਰ ਧਰਮ ਰਹਿਣ ਹੀ ਨਹੀਂ ਦੇਣਾ, ਉੱਥੋਂ ਧਰਮ ਆਪੇ ਚੱਲ ਕੇ ਆ ਗਿਆ। ਜਿਹੜਾ ਪੰਥ ਮੈਂ ਸਾਜਣਾ ਆ ਉਹੀ ਕੁਝ ਹੋਇਆ। ਪਿਆਰ ਧਰਮ ਚੰਦ ਨੂੰ ਵੀ ਲੈ ਕੇ ਜਾਂਦੇ ਆ ਸਤਿਗੁਰੂ ਜੀ। ਤਲਵਾਰ ਚੱਲਣ ਦੀ ਆਵਾਜ਼ ਆਉਂਦੀ ਆ, ਸਿਰ ਦੇ ਡਿੱਗਣ ਦੀ ਆਵਾਜ਼ ਆਉਂਦੀ ਆ, ਖੂਨ ਦੀਆਂ ਤਤੀਰੀਆਂ ਬਾਹਰ ਆਉਂਦੀਆਂ ਆ। ਗੁਰੂ ਸਾਹਿਬ ਫਿਰ ਨਿਕਲਦੇ ਆ ਬਾਹਰ। ਮਹਾਰਾਜ ਕਹਿੰਦੇ ਇੱਕ ਸੀਸ ਹੋਰ ਚਾਹੀਦਾ। ਹਾਲਾਂਕਿ ਸਮਾਂ ਥੋੜਾ ਮੈਂ ਹੁਣ ਵਿਸਤਾਰ ਕਰਾਂ, ਇੱਥੇ ਕਈ ਸਿੱਖ ਹੁਸਨ ਬਸਰ ਵੀ ਕਰਨ ਲੱਗ ਪਏ ਵੀ ਇਹ ਕੀ ਹੋ ਗਿਆ। ਗੁਰੂ ਸਾਹਿਬ ਤੇ ਇਹ ਆਪਣੇ ਸਿੱਖਾਂ ਦੇ ਸਿਰ ਵੱਢੀ ਜਾਂਦੇ ਆ। ਕਈ ਮਸਾਨ ਦੌੜੇ, ਮਾਤਾ ਗੁਜਰੀ ਕੋਲ ਵੀ ਜਾ ਕੇ ਆਖਦੇ ਮਾਤਾ ਜੀ ਕਿ ਜਲਦੀ ਕਰੋ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਗੁਰਤਾ ਗੱਦੇ ਬਿਠਾ ਦਈਏ। ਸਤਿਗੁਰ ਤੇ ਸਿੱਖਾਂ ਦੇ ਸਿਰ ਵੱਢੀ ਜਾਂਦੇ ਆ। ਪਰ ਉਹ ਮਾਂ ਜਾਣਦੀ ਆ ਕਿ ਮੇਰਾ ਸੂਰਮ ਪੁੱਤਰ ਕੀ ਕਰਦਾ ਪਿਆ ਆ, ਭਰੋਸਾ ਆਪਣੇ ਪੁੱਤਰ ਤੇ। ਖੈਰ ਇਸ ਤਰ੍ਹਾਂ ਪਿਆਰਿਓ ਭਾਈ ਹਿੰਮਤ ਰਾਏ ਜੀ, ਭਾਈ ਮੋਹਕਮ ਚੰਦ ਜੀ, ਭਾਈ ਸਾਹਿਬ ਚੰਦ ਜੀ ਆਪਣੀ ਸੀਸ ਭੇਟ ਕਰਦੇ ਆ। ਪਰ ਗੁਰੂ ਸਾਹਿਬ ਹੁਣ ਕੁਝ ਘੜੀਆਂ ਬਾਹਰ ਨਹੀਂ ਆਏ। ਹੁਣ ਸਮਾਂ ਲੱਗਿਆ ਪਿਆਰ, ਜਿਸ ਵੇਲੇ ਥੋੜੀ ਦੇਰ ਬਾਅਦ ਸਤਿਗੁਰੂ ਜੀ ਬਾਹਰ ਆਉਂਦੇ, ਸੰਗਤਾਂ ਜਿਹੜੀਆਂ ਬੈਠੀਆਂ ਇੰਤਜ਼ਾਰ ਕਰਦੀਆਂ। ਪਰ ਜਦੋਂ ਪਿਆਰ ਹੁਣ ਇਹ ਬਾਹਰ ਆਇਆ ਨਾ, ਇਹਨਾਂ ਦੇ ਸੋਹਣੇ ਨਵੇਂ ਪੋਸ਼ਾਕੇ, ਨਵਾਂ ਇਹਨਾਂ ਦੇ ਚਿਹਰਿਆਂ ਤੇ ਨੂਰ ਆ। ਅੱਗੇ ਅੱਗੇ ਸਤਿਗੁਰੂ, ਪਿਆਰ ਪਿੱਛੇ ਪਿੱਛੇ ਪਰ ਗੁਰੂ ਕਿਆ ਪੰਜ ਨਾਲ ਨਿਕਾਏ ਲਾਲ ਬਾਹਰ ਆਏ। ਮੇਰੇ ਸਤਿਗੁਰ ਨੇ ਸਤਲੁਜ ਦਰਿਆ ਦਾ ਪਿਆਰ ਜਲ ਮੰਗਾਇਆ ਵਾ। ਇੱਕ ਬੇਨਤੀ ਹੋਰ, ਹਾਲਾਂਕਿ ਆਨੰਦਪੁਰ ਕਿਲੇ ਅੰਦਰ ਬੌਲੀ ਆ, ਖੂਹ ਆ, ਤੇ ਜਲ ਦਰਿਆ ਦਾ ਕਿਉਂ? ਕਿਉਂਕਿ ਜਿਹੜਾ ਖੂਹ ਉਹ ਗੁਲਾਮ ਹੈ, ਇੱਕ ਦਾ ਕਬਜ਼ਾ ਆ। ਬੌਲੀ ਤੇ ਕਬਜ਼ਾ ਹੋ ਸਕਦਾ, ਪਰ ਦਰਿਆ ਤੇ ਕਬਜ਼ਾ ਕਿਸ ਦਾ ਨਹੀਂ। ਖਾਲਸਾ ਆਜ਼ਾਦ ਹੈ, ਦਰਿਆ ਆਜ਼ਾਦ ਹੁੰਦਾ ਹੈ। ਮਹਾਰਾਜ ਨੇ ਤਾਂ ਦਰਿਆ ਦਾ ਪਾਣੀ ਮੰਗਾਇਆ ਸਤਲੁਜ ਦਾ ਕਿ ਮੇਰਾ ਖਾਲਸਾ ਕਿਦਾ ਗੁਲਾਮ ਨਹੀਂ ਰਹੇਗਾ। ਇਹ ਦਰਿਆ ਦਾ ਪਾਣੀ ਤਾਂ ਖੈਰ ਜਲ ਆਉਂਦਾ ਸਤਲੁਜ ਦਾ, ਸਰਬਲੋਧ ਦਾ ਬਾਟਾ ਆ। ਮੇਰੇ ਸਤਿਗੁਰੂ ਜੀ ਪਿਆਰ ਵੀਰ ਆਸਨ ਹੋ ਕੇ ਉਸ ਬਾਟੇ ਦੇ ਕੋਲ ਬੈਠਦੇ ਆ। ਉੱਥੇ ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਮਾਤਾ ਜੀਤੋ ਜੀ ਆਉਂਦੇ ਆ ਤੇ ਆਣ ਕੇ ਪਤਾਸੇ ਪਾਉਂਦੇ ਆ। ਸਤਿਗੁਰ ਕਹਿੰਦੇ ਨੇ ਕਿ ਤੁਸੀਂ ਬੜਾ ਚੰਗਾ ਕੀਤਾ, ਆਇਓ ਚੱਲ ਕੇ ਪਤਾਸੇ ਮਾਤਾ ਜੀਤੋ ਜੀ ਨੇ ਪਾਏ, ਜੋ ਲਿਖਿਆ ਵਿਦਵਾਨਾਂ ਨੇ। ਖੈਰ ਸਤਿਗੁਰੂ ਜੀ ਖੰਡੇ ਬਾਟੇ ਦੀ ਪੌਲ ਤਿਆਰ ਕਰਦੇ ਆ। ਉੱਥੇ ਫਿਰ ਇੱਕ ਸੱਜਣ ਨੇ ਬੜੇ ਪਿਆਰੇ ਬੋਲ ਲਿਖੇ ਜੀ, ਪ੍ਰਿੰਸੀਪਲ ਗੰਗਾ ਸਿੰਘ ਜੀ। ਉਹ ਮੈਂ ਕਹਿ ਕੇ ਸਮਾਪਤੀ ਕਰਨਾ ਸਮਾਂ ਹੋ ਗਿਆ। ਉਹ ਕਹਿੰਦਾ ਪਾਂਚੋਂ ਤਿਆਰ ਕੀਨੇ ਪਾਂਚੋਂ ਪੜੀ ਥੀ ਬਾਣੀ, ਪਾਂਚੋਂ ਤਿਆਰ ਕੀਨੇ ਪਾਂਚੋਂ ਹੀ ਕਹਿਣ ਲੱਗੇ, पांचों त्यार कीने पांचों पड़ी थी बाणी, पांचों जर कीने पांचों दिए ककारा, आबे हयात जिसका मुतलासी था सिकंदर, जो इम्तिहान में उतरे तन को अलख अपारा। वो कहता तसीर इस दुआ की अकसीर ऐसी आई कि मुर्दे में जान आई, चिड़ियों ने बाज मारा। सतगुर ने अमर दा घुट पिलाया जिवें चिड़ियां बाज नूं मार लग पईयां जी। ये सतगुर ने किरपा की जी। फिर मेरे साहब ने उन्हां पंजां नूं दाते ने अमर दी दा दित्ती आ। महाराज ने कहा ये मेरे पंज प्यारे ने, ये मेरा खालसा है। उन्हां पंजां नूं दा देण तो बाद महाराज कहंदे जिहड़ी दुआ तुहानूं मिली आ, तुसीं दया राम तो दया सिंह, धर्म चंद तो धर्म सिंह बने हो, वो दात मैनूं भी दिओ, मैनूं भी गोबिंद राय तो गोबिंद सिंह बना लो। सतगुरु महाराज ने कृपा की जी। अज दे दिन फिर ये खालसा जो सारा पंथ आ, सारा खालसा ही आपां, साडा जन्म दिहाड़ा, साडा साजना दिवस आ। मैं एक बेनती होर करां कि वेखो सतगुर ने ऐसा खालसा साजिया। कमाल की बात यह आ कि बाकी दुनिया के अंदर जितना मर्जी कोई वड्डे तो वड्डा इंसान आ जिहड़ा जन्मिया है ना, उहदा जन्मदिन भी मनावांगे, प्यार उहदा एक दिन मरण दिन बरसी भी मनाई जाएगी। पर सतगुर ने ऐसा खालसा साजिया, इहदा जन्म दिहाड़ा हर साल आएगा, पर इहदी बरसी कदे मनाई ही नहीं जानी, इहदी बरसी कदे नहीं। ऐसा खालसा मेरे सतगुर ने साजिया। गुरु महाराज ने ऐसी कृपा की। मेरे सतगुर ने खैर
ਹੁਕਮ ਹੋਇਆ ਕਿ ਰਾਗੀ ਸਿੰਘ ਪਹੁੰਚਿਆ ਨਹੀਂ ਆ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਇਹਨਾਂ ਪੰਜਾਂ ਨੂੰ ਪਿਆਰੇ ਪਹਿਲਾਂ ਮੁੱਖ ਵਿੱਚ ਇਹਨਾਂ ਦੇ 5 ਵਾਰੀ ਅੰਮ੍ਰਿਤ ਪਿਲਾਇਆ ਇਹਨਾਂ ਨੂੰ, ਫਿਰ ਅੱਖਾਂ ਵਿੱਚ ਨੇਤਰਾਂ ਛੱਟੇ ਮਾਰੇ ਆ, ਕੇਸਾਂ ਵਿੱਚ ਇਹਨਾਂ ਦੇ ਅੰਮ੍ਰਿਤ ਪਾਇਆ, ਤੇ ਨਾਲ ਮਹਾਰਾਜ ਜੀ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਹਿਬ ਨੇ ਕਿਹਾ ਇਹ ਖਾਲਸਾ ਮੇਰਾ ਨਹੀਂ ਵਾਹਿਗੁਰੂ ਦਾ ਆ। ਤਾਂ ਹੀ ਆ ਬਚਨ ਪੜ੍ਹਨੇ ਆ ਸਤਿਗੁਰੂ ਜੀ ਦੇ ਕਿ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ। ਇਹ ਪਰਮੇਸ਼ਵਰ ਦੀ ਆਗਿਆ, ਤਾਂ ਹੀ ਤੇ ਬਚਨ ਕਹੇ ਨੇ ਕਿ ਖਾਲਸਾ ਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਪਰਮਾਤਮਾ ਦੀ ਮੌਜ 'ਚ ਪੈਦਾ ਹੋਇਆ। ਇਹ ਭਾਈ ਸਾਹਿਬ ਜੀ ਕਹਿ ਰਹੇ ਸਨ ਬਾਬਾ ਨਾਨਕ ਜੀ ਉਹ ਪ੍ਰਗਟ ਹੋਏ ਆ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਵਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਗਟ ਹੋਏ ਆ, ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਤੇ ਸ਼ਬਦ ਗੁਰੂ ਇਹ ਵੀ ਪ੍ਰਗਟਿਆ। ਅਸੀਂ ਇਹ ਪੜ੍ਹਦੇ ਹਾਂ ਬਚਨ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ, ਗੁਰਾਂ ਕੀ ਦੇ ਪ੍ਰਗਟਿਆ। ਇਸ ਤਰ੍ਹਾਂ ਖਾਲਸਾ ਜਿਹੜਾ ਪ੍ਰਗਟਿਆ ਮੇਰੇ ਸਤਿਗੁਰ ਨੇ ਖੰਡੇ ਬਾਟੇ ਦੀ ਪੌਲ ਦਿੱਤੀ ਆ ਜੀ। ਫਿਰ ਇਹ ਰਹਿਤਾਂ ਦਸੀਆਂ ਆ, ਕੁਰੈਤਾਂ ਦਸੀਆਂ ਆ ਮੇਰੇ ਦਾਤਾ ਜੀ ਨੇ, ਬੜੀ ਕਿਰਪਾ ਕੀਤੀ ਸਾਹਿਬ ਜੀ ਨੇ। ਤੇ ਫਿਰ ਇਹ ਖਾਲਸੇ ਨੂੰ ਇੰਨਾ ਮਾਣ ਦਿੱਤਾ, ਇੰਨਾ ਸਨਮਾਨ ਦਿੱਤਾ ਮੇਰੇ ਦਾਤਾ ਜੀ ਨੇ, ਜਿਨ੍ਹਾਂ ਨੇ ਪਿਆਰ ਅੰਮ੍ਰਿਤ ਪਾਨ ਕੀਤਾ। ਮਹਾਰਾਜ ਕਹਿੰਦੇ ਨੇ ਇਹ ਮੇਰੇ ਵਰਗੇ ਬਣ ਗਏ ਨੇ, ਇਹਨਾਂ ਤੇ ਮੇਰੇ 'ਚ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ। ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ। ਖਾਲਸਾ मेरो मुख है अंगा खालस क्यों सद सद संगा हूँ खालसे का खालसा मेरो। सतगुर ने आ भी बचन कहे साहब ने क्या खालसा मेरो पिंड प्राण खालसा मेरी जान की जान। हुण जान की जान का अर्थ की होया जी? हुण ये तो होया भी खालसा मेरो पिंड प्राण कि खालसा मेरा शरीर आ, खालसा मेरे प्राण आ, खालसा मेरी जान की जान। ये अर्थ ने महाराज ने मेरी जिहड़ी जान आ ना ते खालसा ओदी भी जान आ, ते गुरु दी जान की आ परमात्मा काल पुरख। कलगीधर पिता कहंदे ने खालसा ये मेरी ही जान नहीं, ये मेरे काल पुरख दी भी जान आ। खालसा मेरी जान की जान। सतगुर ने ऐसी कृपा की प्यार अज खालसे दा साजना दिवस आप जी शरधा भावना दे नाल मना रहे हो। आप सारी संगत नूं समूह जगत नूं खालसे दे जन्म दिहाड़े दियां बहुत बहुत ਵਧਾਈਆਂ ਹੋਣ ਜੀ। ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਮਾਫ ਕਰਨੀਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।